Hello students, I am Gurpreet. Today we are going to discuss poem True Growth. This poem is written by Ben Jonson, and in this poem the poet wants to tell us what the life is, what the true growth is. In this poem the poet wants to tell us that we should not believe in long life, we should believe in short life. Long life is not a guarantee of true growth. We can get perfection, we can get everything in a short life. So now we discuss the poem True Growth. It is not growing like a tree, in bulk doth make man better be. ਇਸ ਪੋਇਮ ਦੇ ਵਿੱਚ ਪੋਇਟ ਜਿਹੜਾ ਹੈ ਉਹ ਮਨੁੱਖ ਦੀ ਜ਼ਿੰਦਗੀ ਨੂੰ ਇੱਕ ਰੁੱਖ ਨਾਲ ਜੋੜਦੇ ਹੋਏ ਦੱਸਦਾ ਹੈ ਕਿ ਸਾਡੀ ਜਿਹੜੀ ਜ਼ਿੰਦਗੀ ਆ ਇਟ ਇਜ਼ ਨਾਟ ਗਰੋਇੰਗ ਲਾਈਕ ਅ ਟਰੀ। ਇਹ ਇੰਜ ਦੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਇੱਕ ਦਰਖਤ ਵਾਂਗ ਲੰਬਾ ਸਮਾਂ ਜੀਣਾ ਹੈ। ਇਨ ਬਲਕ ਡੋਥ ਮੇਕ ਮੈਨ ਬੈਟਰ ਬੀ। ਜਿਹੜਾ ਦਰਖਤ ਜਿਹੜਾ ਹੈ ਉਹ ਆਕਾਰ ਦੇ ਵਿੱਚ ਬਹੁਤ ਵੱਡਾ ਹੈ, ਸਾਈਜ਼ ਦੇ ਵਿੱਚ ਜਿਹੜਾ ਹੈ ਉਹ ਹਿਊਜ ਆ, ਵੱਡਾ ਹੈ, ਪਰ ਉਸ ਦੀ ਜ਼ਿੰਦਗੀ ਜਿਹੜੀ ਆ ਉਹ ਕਿਸੇ ਨੂੰ ਕੋਈ ਦਿੰਦੀ ਨਹੀਂ ਆ ਕੁਛ ਵੀ, ਉਸ ਦੀ ਜ਼ਿੰਦਗੀ ਤੋਂ ਕਿਸੇ ਨੂੰ ਕੁਛ ਫਾਇਦਾ ਨਹੀਂ ਆ। ਇਸ ਤਰ੍ਹਾਂ ਮਨੁੱਖ ਨੂੰ ਆਪਣੀ ਜ਼ਿੰਦਗੀ ਇੱਕ ਉਸ ਵੱਡੇ ਆਕਾਰ ਵਾਲੇ ਦਰਖਤ ਵਾਂਗ ਨਹੀਂ ਜੀਣੀ ਚਾਹੀਦੀ, ਉਸ ਵਾਂਗ ਨਹੀਂ ਸੋਚਣੀ ਚਾਹੀਦੀ ਕਿ ਜੇਕਰ ਦਰਖਤ ਵੱਡਾ ਹੈ ਤੇ ਉਸ ਦੀ ਲਾਈਫ ਵੀ ਲੰਬੀ ਹੋਊਗੀ ਤਾਂ ਹੀ ਜਿਹੜਾ ਹੈ ਉਹ ਪਰਫੈਕਸ਼ਨ ਹਾਸਲ ਕਰ ਸਕਦਾ ਹੈ ਜਾਂ ਆਪਣੀ ਲੰਬੀ ਲਾਈਫ ਦੇ ਵਿੱਚ ਹੀ ਚੰਗੇ ਕੰਮ ਕਰ ਸਕਦਾ ਹੈ। ਅ ਸਟੈਂਡਿੰਗ ਲੌਂਗ ਐਜ਼ ਐਨ ਓਕ 300 years, ਮਤਲਬ ਬਲੂਤ ਦਾ ਦਰਖਤ, ਓਕ ਦਾ ਦਰਖਤ ਜਿਹੜਾ ਹੈ ਜਿਹੜਾ 300 ਸਾਲ ਤੱਕ ਜਿਉਂਦਾ ਰਹਿੰਦਾ ਹੈ। ਤੇ ਸ਼ਾਇਦ ਮਨੁੱਖ ਵੀ ਜੇਕਰ ਲੰਬੀ ਜ਼ਿੰਦਗੀ ਉਸ ਦਰਖਤ ਵਾਂਗ ਮਤਲਬ ਕਾਫੀ ਲੰਬਾ ਸਮਾਂ ਜੀ ਲੈਂਦਾ ਹੈ, 300 ਸਾਲ ਤਾਂ ਮਨੁੱਖ ਨਹੀਂ ਜੀ ਸਕਦਾ, ਪਰ ਉਹ ਇਹ ਚਾਹੁੰਦਾ ਹੈ ਕਿ ਜੇਕਰ ਮੇਰੀ ਜ਼ਿੰਦਗੀ ਜਿਹੜੀ ਆ ਲੰਬੀ ਹੋਵੇ ਤਾਂ ਸ਼ਾਇਦ ਤਾਂ ਹੀ ਮੈਂ ਜਿਹੜਾ ਹੈ ਆਪਣੀ ਲਾਈਫ ਦੇ ਵਿੱਚ ਪੂਰਨਤਾ ਹਾਸਲ ਕਰ ਸਕਦਾ, ਸ਼ਾਇਦ ਤਾਂ ਹੀ ਜਿਹੜਾ ਹੈ ਮੇਰੀ ਜ਼ਿੰਦਗੀ ਜਿਹੜੀ ਆ ਉਹ ਚੰਗੇ ਕੰਮ ਆਪਣੀ ਲਾਈਫ 'ਚ ਕਰ ਸਕਦਾ ਹੈ। ਮਤਲਬ ਉਹ ਜਿਹੜਾ ਦਰਖਤ ਆ ਉਹ 300 ਸਾਲ ਤੱਕ ਜੀਂਦਾ ਹੈ, ਬਟ ਟੂ ਫਾਲ ਅ ਲੌਗ ਐਟ ਲਾਸਟ ਡਰਾਈ ਬਾਲਡ ਐਂਡ ਸੀਅਰ। ਪਰ ਅੰਤ ਵਿੱਚ ਕੀ ਹੁੰਦਾ ਹੈ ਕਿ ਅੰਤ ਵਿੱਚ ਉਹੀ ਜਿਹੜਾ ਦਰਖਤ ਆ 300 ਸਾਲ ਤੱਕ ਖੜਾ ਰਹਿਣ ਤੋਂ ਬਾਅਦ ਅੰਤ ਵਿੱਚ ਇੱਕ ਲੱਕੜੀ ਦੇ ਮੋਛੇ ਦੇ ਰੂਪ 'ਚ ਡਿੱਗ ਪੈਂਦਾ ਹੈ। ਡਰਾਈ ਬਾਲਡ ਐਂਡ ਸੀਅਰ, ਡਰਾਈ ਮਤਲਬ ਸੁੱਕਾ ਹੋਇਆ, ਬਾਲਡ ਮਤਲਬ ਹੇਅਰਲੈਸ ਜਾਂ ਲੀਫਲੈਸ, ਜਿਸ ਦੇ ਕੋਈ ਪੱਤੇ ਨਹੀਂ ਹੈਗੇ। ਸੀਅਰ ਦਾ ਮਤਲਬ ਵੀ ਡਕੇਡ ਜਾਂ ਡਰਾਈਡ, ਮਤਲਬ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਡੈਮੇਜ ਹੋ ਚੁੱਕਾ ਹੈ, ਜਿਸ ਦੇ ਉੱਪਰ ਨਾ ਕੋਈ ਪੱਤੇ ਨੇ ਤੇ ਨਾ ਹੀ ਉਸ ਦੇ ਉੱਪਰ ਕਿਸੇ ਹੋਰ ਤਰ੍ਹਾਂ ਦੀ ਹਰਿਆਲੀ ਆ। ਉਹ ਸਿਰਫ ਲਾਸਟ ਤੇ ਇੱਕ ਲੱਕੜੀ ਦੇ ਮੋਛੇ ਦੇ ਰੂਪ ਵਿੱਚ ਡਿੱਗ ਪੈਂਦਾ ਹੈ, ਜਿਸ ਨੂੰ ਅਸੀਂ ਫਰਨੀਚਰ ਦੇ ਕੰਮਾਂ 'ਚ ਜਾਂ ਹੋਰ ਕੰਮਾਂ 'ਚ ਯੂਜ਼ ਕਰ ਸਕਦੇ ਹਾਂ, ਬਟ ਅਸਲ ਵਿੱਚ ਉਸਨੇ ਸਾਨੂੰ ਇੰਨਾ ਲੰਬਾ ਸਮਾਂ ਹੋਰ ਕੁਝ ਨਹੀਂ ਦਿੱਤਾ ਹੁੰਦਾ। ਇਸੇ ਤਰੀਕੇ ਨਾਲ ਪੋਇਟ ਜਿਹੜਾ ਉਹ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜੇਕਰ ਅਸੀਂ ਪੂਰਨਤਾ ਹਾਸਲ ਕਰਨੀ ਆ ਤਾਂ ਇਸ ਦਾ ਮਤਲਬ ਇਹ ਨਹੀਂ ਆ ਕਿ ਉਸ ਦੇ ਲਈ ਸਾਨੂੰ ਇੱਕ ਲੰਬੀ ਜ਼ਿੰਦਗੀ ਜਿਉਣੀ ਪਊਗੀ ਤੇ ਇੱਕ ਲੰਬੀ ਜ਼ਿੰਦਗੀ ਦੇ ਵਿੱਚ ਅਸੀਂ ਚੰਗੇ ਕੰਮ ਕਰ ਸਕਦੇ ਹਾਂ। ਚੰਗੇ ਕੰਮ ਕਰਨ ਦੇ ਲਈ ਜਿਹੜਾ ਹੈ ਉਹ ਲੰਬੀ ਜ਼ਿੰਦਗੀ ਦਾ ਹੋਣਾ ਜ਼ਰੂਰੀ ਨਹੀਂ ਆ। In the next stanza, poet says, a lily of a day is fairer far in May. ਕਿੰਨਾ ਇੱਕ ਫੁੱਲ ਆ ਉਹ ਸਿਰਫ ਇੱਕ ਦਿਨ ਲਈ, ਮਈ ਦੇ ਮਹੀਨੇ ਦੇ ਵਿੱਚ ਇੱਕ ਦਿਨ ਲਈ ਬੜਾ ਵਧੀਆ ਖਿੜਦਾ ਹੈ, ਬੜੀ ਖੂਬਸੂਰਤੀ ਦਿੰਦਾ ਹੈ। although it fall and die that night, although means ਭਾਵੇਂ ਕਿ ਉਹ ਜਿਸ ਦਿਨ ਜੰਮਦਾ ਹੈ, ਜਿਸ ਦਿਨ ਉਹ ਪੈਦਾ ਹੁੰਦਾ ਹੈ, ਜਿਸ ਦਿਨ ਉਹ ਖਿੜਦਾ ਹੈ, ਉਸੇ ਰਾਤ ਹੀ ਉਹ ਮਰ ਜਾਂਦਾ ਹੈ, ਉਸੇ ਰਾਤ ਨੂੰ ਹੀ ਉਹ ਖਤਮ ਹੋ ਜਾਂਦਾ ਹੈ। it was the plant and flower of light, ਪਰ ਫਿਰ ਵੀ ਇਹ ਜਿਹੜਾ ਪਲਾਂਟ ਆ, ਇਹ ਜਿਹੜਾ ਫੁੱਲ ਆ, ਪੌਦਾ ਹੈ, ਉਹ ਰੋਸ਼ਨੀ ਵਾਲਾ ਪੌਦਾ ਹੈ ਜਿਹੜਾ ਸਾਨੂੰ ਖੂਬਸੂਰਤੀ ਦਿੰਦਾ ਹੈ, ਜਿਹੜਾ ਵੇਖਣ ਵਾਲਿਆਂ ਦੀਆਂ ਅੱਖਾਂ ਨੂੰ ਖੂਬਸੂਰਤੀ ਦਿੰਦਾ ਹੈ, ਉਹਨਾਂ ਦੀਆਂ ਅੱਖਾਂ ਨੂੰ ਸੋਹਣਾ ਲੱਗਦਾ ਹੈ, ਸੰਸਾਰ ਨੂੰ ਖੂਬਸੂਰਤੀ ਦਿੰਦਾ ਹੈ। ਇਸ ਦੀ ਲਾਈਫ ਜਿਹੜੀ ਆ ਉਹ ਬਹੁਤ ਛੋਟੀ ਹੁੰਦੀ ਆ, ਪਰ ਉਹ ਉਸ ਛੋਟੀ ਜਿਹੀ ਲਾਈਫ ਦੇ ਵਿੱਚ ਹੀ ਪਰਫੈਕਸ਼ਨ ਹਾਸਲ ਕਰ ਲੈਂਦਾ ਹੈ। ਉਹ ਸਾਰਾ ਕੁਝ ਦੇ ਜਾਂਦਾ ਹੈ ਜੋ ਆਪਣੀ ਉਸ ਛੋਟੀ ਜਿਹੀ ਇੱਕ ਦਿਨ ਦੀ ਜ਼ਿੰਦਗੀ ਵਿੱਚ ਸਾਨੂੰ ਪ੍ਰੋਵਾਈਡ ਕਰ ਸਕਦਾ, ਸਾਨੂੰ ਦੇ ਸਕਦਾ ਹੈ। ਸਾਨੂੰ ਆਪਣੀ ਖੁਸ਼ਬੂ ਦਿੰਦਾ ਹੈ, ਸਾਨੂੰ ਆਪਣੀ ਖੂਬਸੂਰਤੀ ਦੇ ਨਾਲ ਸਾਡੀਆਂ ਅੱਖਾਂ ਜਿਹੜੀਆਂ ਹੈ ਉਹਨਾਂ ਨੂੰ ਚੁੰਦੀਆਂ ਆਉਂਦਾ ਹੈ। ਇਟ ਮੀਨਸ ਕਿ ਉਹ ਛੋਟਾ ਜਿਹਾ ਲਿਲੀ ਜਿਹੜਾ ਹੈ ਉਹ ਇੱਕ ਦਿਨ ਦੀ ਜ਼ਿੰਦਗੀ ਦੇ ਵਿੱਚ ਹੀ ਆਪਣੀ ਪਰਫੈਕਸ਼ਨ ਜਿਹੜੀ ਹਾਸਲ ਕਰ ਸਕਦਾ ਹੈ। ਇਟ ਮੀਨਸ
ਕਿ ਜਿਹੜੀ ਲਾਈਫ ਆ ਉਸ ਨੂੰ ਲੰਬਾ ਜਿਉਣ ਦੇ ਲਈ, ਜੇਕਰ ਅਸੀਂ ਲੰਬਾ ਜਿਉਣ ਬਾਰੇ ਸੋਚਦੇ ਹਾਂ ਪਰ ਉਸ ਵਿੱਚ ਪਰਫੈਕਸ਼ਨ ਦੀ ਗੱਲ ਕਰਦੇ ਹਾਂ, ਤੇ ਜ਼ਰੂਰੀ ਨਹੀਂ ਹੈ ਕਿ ਇੱਕ ਲੰਬੀ ਜ਼ਿੰਦਗੀ ਜਿਹੜੀ ਉਸ ਵਿੱਚ ਅਸੀਂ ਪਰਫੈਕਸ਼ਨ ਹਾਸਲ ਕਰ ਸਕਦੇ ਹਾਂ। ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ਾਮਪਲਸ ਨੇ ਸਾਡੇ ਸਾਹਮਣੇ ਜਿਸ ਵਿੱਚ ਅਸੀਂ ਵੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਇਹੋ ਜਿਹੇ ਦੇਸ਼ ਭਗਤ ਆ ਜਿਨ੍ਹਾਂ ਦੀ ਜ਼ਿੰਦਗੀ ਬਹੁਤ ਛੋਟੀ ਸੀ, ਉਹਨਾਂ ਨੇ ਥੋੜਾ ਸਮਾਂ ਜੀਵਿਆ ਪਰ ਉਹ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਕੁਝ ਇਹੋ ਜਿਹਾ ਹਾਸਲ ਕਰ ਗਏ ਜਿਨ੍ਹਾਂ ਕਰਕੇ ਉਹਨਾਂ ਦੇ ਉਹਨਾਂ ਕੰਮਾਂ ਕਰਕੇ, ਉਹਨਾਂ ਦੇ ਗੁੱਡ ਡੀਡਸ ਕਰਕੇ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਇਸ ਲਈ ਲੰਬੀ ਜ਼ਿੰਦਗੀ ਜੇਕਰ ਬੇਕਾਰ ਹੋਵੇ, ਜੇਕਰ ਉਸ ਦੇ ਵਿੱਚ ਅਸੀਂ ਕੁਝ ਚੰਗਾ ਨਹੀਂ ਕੀਤਾ, ਸਿਰਫ ਜੀਵਿਆ ਹੀ ਆ ਲੰਬਾ ਸਮਾਂ, ਤਾਂ ਉਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਰਫੈਕਸ਼ਨ ਹਾਸਲ ਕਰ ਲਈ ਆ। ਪਰਫੈਕਸ਼ਨ ਅਸੀਂ ਇੱਕ ਛੋਟੀ ਸੰਖੇਪ ਜ਼ਿੰਦਗੀ ਵਿੱਚ ਵੀ ਹਾਸਲ ਕਰ ਸਕਦੇ ਹਾਂ। In the last lines, in small proportions we just beauty see, and in short measures life may perfect be। ਕਹਿੰਦਾ ਹੈ ਕਿ ਛੋਟੇ ਜਿਹੇ ਅਨੁਪਾਤ ਦੇ ਵਿੱਚ, ਪ੍ਰੋਪੋਰਸ਼ਨਸ ਦਾ ਮਤਲਬ ਐਕਸਟੈਂਟ ਜਾਂ ਮਾਤਰਾ, ਰਿਲੇਟਿਵ ਸਾਈਜ਼ ਮਤਲਬ ਥੋੜੀ ਮਾਤਰਾ, ਥੋੜੇ ਅਨੁਪਾਤ ਦੇ ਵਿੱਚ ਵੀ ਅਸੀਂ ਖੂਬਸੂਰਤੀ ਜਿਹੜੀ ਆ ਉਸ ਨੂੰ ਮਾਣ ਸਕਦੇ ਹਾਂ, ਖੂਬਸੂਰਤੀ ਜਿਹੜੀ ਆ ਉਸ ਨੂੰ ਵੇਖ ਸਕਦੇ ਹਾਂ। ਐਂਡ ਇਨ ਸ਼ਾਰਟ ਮੈਜ਼ਰਸ ਲਾਈਫ ਮੇ ਪਰਫੈਕਟ ਬੀ, ਮਤਲਬ ਜ਼ਿੰਦਗੀ ਜੇਕਰ ਥੋੜੀ ਵੀ ਹੋਵੇ, ਛੋਟੀ ਵੀ ਹੋਵੇ, ਤਾਂ ਉਸ ਥੋੜੀ ਜਿਹੀ ਜ਼ਿੰਦਗੀ ਵਿੱਚ ਵੀ ਅਸੀਂ ਪਰਫੈਕਸ਼ਨ, ਪੂਰਨਤਾ ਹਾਸਲ ਕਰ ਸਕਦੇ ਹਾਂ। ਛੋਟੀ ਜ਼ਿੰਦਗੀ ਵੀ ਜਿਹੜੀ ਆ ਉਹ ਅਸੀਂ ਦੂਸਰਿਆਂ ਦੇ ਜਿਹੜਾ ਹੈ ਲਈ ਚੰਗੇ ਕੰਮ ਕਰਕੇ ਜਾਂ ਲਾਈਫ ਦੇ ਵਿੱਚ ਕੋਈ ਬਹੁਤ ਵਧੀਆ ਕੰਮ ਕਰਕੇ ਜਿਹੜਾ ਹੈ ਅਸੀਂ ਛੋਟੀ ਜ਼ਿੰਦਗੀ ਦੇ ਵਿੱਚ ਵੀ ਇੱਕ ਪਰਫੈਕਸ਼ਨ ਹਾਸਲ ਕਰ ਸਕਦੇ ਹਾਂ। ਇਹ ਜ਼ਰੂਰੀ ਨਹੀਂ ਆ ਕਿ ਬਹੁਤ ਵੱਡੀ ਜ਼ਿੰਦਗੀ ਜਿਹੜੀ ਆ ਉਸ ਦੇ ਵਿੱਚ ਹੀ ਅਸੀਂ ਪਰਫੈਕਸ਼ਨ ਹਾਸਲ ਕਰ ਸਕਦੇ ਹਾਂ ਜਾਂ ਉਸ ਦੇ ਕਰਕੇ ਅਸੀਂ ਗੁੱਡ ਡੀਡਸ ਕਰ ਸਕਦੇ ਹਾਂ। ਛੋਟੇ ਤੇ ਚੰਗੇ, ਛੋਟੀ ਜ਼ਿੰਦਗੀ ਦੇ ਵਿੱਚ ਹੀ ਅਸੀਂ ਚੰਗੇ ਕੰਮ ਜਿਹੜੇ ਆ ਉਹ ਕਰਕੇ ਦੂਸਰਿਆਂ ਨੂੰ ਵੀ ਖੁਸ਼ੀ ਦੇ ਸਕਦੇ ਹਾਂ ਤੇ ਖੁਦ ਵੀ ਜਿਹੜੀ ਉਹ ਖੁਸ਼ੀ ਜਿਹੜੀ ਆ, ਸੈਟੀਸਫੈਕਸ਼ਨ ਜਿਹੜੀ ਆ ਆਪਣੇ ਮਨ ਦੇ ਲਈ ਹਾਸਲ ਕਰ ਸਕਦੇ ਹਾਂ। ਓਕੇ ਸਟੂਡੈਂਟਸ, ਥੈਂਕਸ। Now get ready for the back exercise of this poem. First of all, we will discuss about the central idea of the poem, and we will fill the blanks of this central idea with the help of these words. This poem has a deep meaning. In it, the poet says that a short life of beauty and perfection is far better than a long but useless life. An oak lives for 300 years. At last, it falls down as a leafless and useless log of wood. On the other hand, a lily lives only for a day. It has a very short life, but it lives a life of perfection. Life of perfection. It gives joy to the beholder. Beholder means ਵੇਖਣ ਵਾਲਾ. The poet says that the short life of a lily is far better than the long life of an oak. Life can be perfect and beautiful in short measures also. Explain the meaning of the last two lines of the poem. The poet says that short life may be perfect if it is full of beauty. Long life is not the guarantee of perfection. And next question is, find in the poem all the rhyming pairs of words. ਉਹ ਜਿਹੜੇ ਕਿ ਤੁਸੀਂ ਪਹਿਲਾਂ ਪੋਇਮ ਦੇ ਵਿੱਚ ਵੀ ਵੇਖਿਆ, ਜਿਹੜੇ ਤੁਕਾਂ ਮਿਲਦੀਆਂ ਨੇ ਜਿਹੜੇ ਵਰਡਸ ਦੀਆਂ ਉਹ ਲਿਖਣੇ ਆ, ਜਿਵੇਂ tree, bee, years, seer, day, may, night, light, sea and bee.